तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ। चिंता लाहे हमारी, अवर ना सूझै दूजी ठाहर। हार परियों तो दुआरी, लेखा छोड़ अलेखह छुटै। हम निर्गुण लेहो उभारी, साध बख्शिंद सदा मेहरबाना। सबना दे आधारी, नानक दास संत पाछै परियो। राख लेहो एह बारी, श्री हर कृष्ण ध्याइयै। जिस डिठै सब दुख जाए, तेग बहादुर सिमरियै। कर नौ निध आवै ताए। तेग बहादुर सिमरियै। कर नौ निध आवै ताए। सब थाई होए सहाय। परम सन्मानयोग जुगो जुग अटल तख्त चौर छत्तर दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर नौवें पातशाह धन गुरु तेग बहादुर सच्चे पातशाह महाराज जी के 400 साला आगमन गुरपुरब नूं समर्पित हो करके रोज़ाना ही आप संगत जुड़ बैठ के सतगुरु महाराज जी के पावन इतिहास नूं सरवण करते हो। सतगुरु महाराज जी बख्शिश करन विच वर्तन गुरमत विचारां दी सांझ आप संगत दे नाल कर सकीए। आओ आप संगत सतगुरु महाराज जी के चरनां दे विच हाज़री लगवाना करो। सतगुरु महाराज जी की बख्शिश फतेह प्रवान करो जी। वाहिगुरु जी का खालसा वाहिगुरु जी की फतेह। सतगुरु धन गुरु तेग बहादुर महाराज जी ने टाके तो आसाम ते आसाम तो उड़ीसा तक जगन्नाथपुरी तक का सतगुरु महाराज जी ने सफ़र किया। अनेकां जगियासुआं दा सतगुरु महाराज जी ने उदार करना किया। सतगुरु महाराज उड़ीसा दे विच सन जिस वेले महाराज नूं पता लग्या कि औरंगजेब जिहड़ा है उन्हें तवसवी नीति कट्टरता जिहड़ी है उन्होंने अपनाउंदियां होइयां हिंदू धर्म के जिहड़े अस्थान ने मंदिर ने उन्होंने ढाउणा शुरू कर दिता है। तो सतगुरु महाराज जी नूं ये भी पता लग्या कि ये जिहड़ा
ਅੱਗ ਹੈ ਇਹ ਦੂਸਰੇ ਦੇ ਘਰ ਤੱਕ ਹੀ ਸੀਮਤ ਨਹੀਂ, ਇਹ ਸਿੱਖੀ ਦੇ ਦਾਇਰੇ ਤੱਕ ਵੀ ਪਹੁੰਚ ਸਕਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਰਣਾ ਕੀਤਾ ਕਿ ਪੰਜਾਬ ਵਾਪਸ ਜਾਣਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਿਰ ਉੜੀਸਾ ਤੋਂ ਵਾਪਸ ਸਤਿਗੁਰ ਮਹਾਰਾਜ ਜੀ ਫਿਰ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ। ਮਹਾਰਾਜ ਜੀ ਦਾ ਆਪਣੇ ਪੁੱਤਰ ਦੇ ਨਾਲ ਲੰਮੇ ਸਮੇਂ ਤੋਂ ਬਾਅਦ ਵਿੱਚ ਮਿਲਾਪ ਹੋਇਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਸੰਗਤ ਮਹਾਰਾਜ ਜੀ ਨੇ ਬੈਠਣਾ, ਸੰਗਤ ਨੇ ਸਤਿਗੁਰ ਮਹਾਰਾਜ ਜੀ ਤੋਂ ਮਨ ਦੇ ਕਈ ਸਵਾਲ ਜਿਹੜੇ ਸੀ ਉਹ ਪ੍ਰਗਟ ਕਰਨੇ ਕਿ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਆਪ ਕਿਰਪਾ ਕਰੋ, ਜਿਹੜੇ ਸਾਡੇ ਮਨ ਦੇ ਵਿੱਚ ਸ਼ੰਕੇ ਨੇ ਉਹ ਦੂਰ ਹੋ ਸਕਣ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਮਨ ਦੀ ਭਾਵਨਾ ਨੂੰ ਦੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਕਈ ਤਰੀਕੇ ਦੇ ਨਾਲ ਜਿਹੜਾ ਸੀ ਉਹ ਜੀ ਦਾਨ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰਨਾ। ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਦੇ ਅਸਥਾਨ 'ਤੇ ਨੇ ਤੇ ਸੰਗਤ ਵਿੱਚ ਬੈਠੇ ਹੋਏ ਭਾਈ ਜੈਤਾ ਜੀ ਜਿਹੜੇ ਸਤਿਗੁਰੂ ਮਹਾਰਾਜ ਜੀ ਦਾ ਬਾਅਦ ਵਿੱਚ ਸੀਸ ਵੀ ਲੈ ਕਰਕੇ ਆਏ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਦੱਸੋ ਕਿ ਜੀਵ ਜਿਹੜਾ ਹੈ ਉਹ ਕਰਮਾਂ ਦੇ ਵਸ ਵਿੱਚ ਕਿਵੇਂ ਹੈ। ਜੀਵ ਕਰਮਾਂ ਦੇ ਵਸ ਦੇ ਵਿੱਚ ਬੱਝਿਆ ਹੈ ਤੇ ਸਤਿਗੁਰੂ ਮਹਾਰਾਜ ਕਰਮ ਜਿਹੜੇ ਨੇ ਉਹ ਜੀਵ ਤੇ ਭਾਰੀ ਕਿਵੇਂ ਪੈ ਜਾਂਦੇ ਨੇ। ਸਤਿਗੁਰੂ ਮਹਾਰਾਜ ਜੀ ਨੂੰ ਪ੍ਰਸ਼ਨ ਕਰਨਾ ਕੀਤਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕਿ ਦੇਖੋ ਜਿਵੇਂ ਬੀਜ ਤੋਂ ਪੌਦਾ ਪੈਦਾ ਹੋਇਆ, ਉਹਦੇ ਅੰਦਰ ਫੁੱਲ ਜਿਹੜਾ ਹੈ ਉਹ ਖਿੜਦਾ ਹੈ, ਪਰ ਇੱਕ ਦਿਨ ਫੁੱਲ ਜਿਹੜਾ ਹੈ ਉਹ ਝੜ ਜਾਂਦਾ ਹੈ ਤੇ ਜਦੋਂ ਫੁੱਲ ਝੜਦਾ ਹੈ ਤੇ ਉਹਦੇ ਪਿੱਛੇ ਫਲ ਜਿਹੜਾ ਹੈ ਉਹ ਬਚ ਜਾਂਦਾ। ਫੁੱਲ ਦੇ ਝੜਨ ਤੋਂ ਬਾਅਦ ਵਿੱਚ ਫਲ ਜਿਹੜਾ ਉਹ ਬਚਦਾ ਹੈ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਉਹ ਫਲ ਜਿਹੜਾ ਹੈ ਉਹ ਵੀ ਝੜ ਜਾਂਦਾ ਹੈ, ਉਹਦੇ ਬੀਜ ਜਿਹੜੇ ਨੇ ਉਹ ਧਰਤੀ 'ਤੇ ਖਿੰਡ ਪੁੰਡ ਜਾਂਦੇ ਨੇ। ਤੇ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਫਲ ਝੜ ਗਿਆ, ਉਹਦੇ ਬੀਜ ਖਿੰਡ ਪੁੰਡ ਗਏ, ਇਹ ਤਾਂ ਖਤਮ ਹੋ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਨਹੀਂ, ਬੀਜ ਕਦੀ ਨਸ਼ਟ ਨਹੀਂ ਹੁੰਦਾ, ਉਹ ਖਿੰਡੇ ਪੁੰਡੇ ਬੀਜ ਜਿਹੜੇ ਨੇ ਇੱਕ ਦਿਨ ਸਮਾਂ ਪਾ ਕੇ ਧਰਤੀ ਦੀ ਕੁੱਖ ਦੇ ਵਿੱਚੋਂ ਉੱਗ ਖਲੋਂਦੇ ਨੇ। ਧਰਤੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਧਰਮ ਵੀ ਕਿਹਾ ਕਿ ਧਰਮ ਜਿਹੜਾ ਹੈ ਉਹਦੇ ਅੰਦਰ ਜਿਹੜੇ ਨੇ ਖਿਆਲਾਤ ਕਰਮ ਅਸੀਂ ਕਰਦੇ ਹਾਂ, ਭਾਵੇਂ ਉਹ ਚੰਗੇ ਕਰਮ ਕੀਤੇ ਜਾਂ ਮਾੜੇ ਕਰਮ ਕੀਤੇ, ਧਰਮ ਦੇ ਅੰਦਰ ਉਹ ਪੈਦਾ ਉੱਗ ਖਲੋਂਦੇ ਨੇ। ਔਰ ਉਹਨਾਂ ਕਰਮਾਂ ਦਾ ਫਲ ਹੀ ਹੈ ਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹਨੂੰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਜੇਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬੀਜ ਧਰਤੀ ਦੀ ਗੋਦ ਵਿੱਚ ਕਈ ਲੰਮਾ ਸਮਾਂ ਪਿਆ ਰਹਿੰਦਾ ਹੈ, ਪਰ ਸਮਾਂ ਪਾ ਕੇ ਉਹ ਬੀਜ ਜਿਹੜਾ ਹੈ ਉਹ ਫਿਰ ਉੱਗ ਖਲੋਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਬੀਜ ਜਦੋਂ ਉੱਗਦਾ ਹੈ ਤੇ ਫਿਰ ਫੁੱਲ ਤੱਕਰ ਗਿਆ, ਫਿਰ ਫਲ ਤੱਕਰ ਗਿਆ, ਫਿਰ ਉਹ ਨਸ਼ਟ ਹੋਇਆ, ਫਿਰ ਉਹਦੇ ਬੀਜ ਧਰਤੀ 'ਤੇ ਡਿੱਗੇ। ਸਤਿਗੁਰੂ ਮਹਾਰਾਜ ਕਹਿੰਦੇ ਬਸ ਇਹੀ ਕੁਝ ਚੱਲਦਾ ਰਹਿੰਦਾ ਹੈ, ਕਰਮ ਕਦੀ ਨਾਸ਼ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਨੂੰ ਫਿਰ ਕਹਿੰਦੇ ਨੇ ਮਹਾਰਾਜ ਦੱਸੋ ਕਰਮ ਕਿਵੇਂ ਖਤਮ ਹੋਏਗਾ, ਕਰਮ ਮਰਦੇ ਨਹੀਂ, ਤੇ ਸਤਿਗੁਰੂ ਮਹਾਰਾਜ ਕਿਵੇਂ ਕਰਮਾਂ ਤੋਂ ਛੁੱਟੀਏ। ਭਾਈ ਜੈਤਾ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੈਤਾ ਜੀ ਕਿ ਜੀਵਨ ਜਿਹੜਾ ਹੈ ਇਹ ਆਦਰਸ਼ਕ ਜੀਵਨ ਹੋਣਾ ਚਾਹੀਦਾ ਹੈ। ਇਸ ਜੀਵਨ ਦੇ ਵਿੱਚ ਜ਼ਿੰਦਗੀ ਜਿਹੜੀ ਹੈ ਉਹ ਇਹ ਨਹੀਂ ਕਿ ਸਭ ਕੁਝ ਰੱਬ ਨੇ ਦਿੱਤਾ ਹੈ ਤੇ ਉਹਨੂੰ ਸਿਰਫ ਐਸ਼ ਪ੍ਰਸਤੀ ਦੇ ਵਿੱਚ ਗੁਜ਼ਾਰ ਦਿੱਤਾ ਜਾਵੇ। ਐਸ਼ ਦੇ ਵਿੱਚ ਸਮਾਂ ਗੁਜ਼ਾਰਨਾ ਕੀ ਹੈ ਕਿ ਜ਼ਿੰਦਗੀ ਦੇ ਜਿਹੜੇ ਕੀਮਤੀ ਅਨਮੋਲ ਵਡਮੁੱਲੇ ਸਵਾਸ ਮਿਲੇ ਨੇ ਉਹ ਅਸੀਂ ਨਸ਼ਟ ਕਰਦੇ ਹਾਂ, ਉਹਨਾਂ ਨੂੰ ਕਰਮਾਂ ਦੇ ਵਿੱਚ ਪਰਿਵਰਤਿਤ ਕਰ ਦਿੰਦੇ ਹਾਂ, ਤੇ ਉਹ ਕਰਮ ਜਿਹੜੇ ਨੇ ਫਿਰ ਸਾਡੇ ਸਿਰ ਦੇ ਉੱਤੇ ਬਣੇ ਰਹਿੰਦੇ ਨੇ, ਜਿੰਦੇ ਕਰਕੇ ਜਨਮ ਤੇ ਮਰਨ ਦਾ ਭੈ ਜਿਹੜਾ ਹੈ ਉਹ ਸਿਰ ਦੇ ਉੱਪਰ ਬਣਿਆ ਰਹਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਕਿਵੇਂ ਇਹਨਾਂ ਤੋਂ ਛੁਟਕਾਰਾ, ਤੇ ਮਹਾਰਾਜ ਕਹਿੰਦੇ ਨੇ ਜੀਵਨ ਨੂੰ ਆਦਰਸ਼ਕ ਬਣਾ ਲਿਆ ਜਾਵੇ। ਜ਼ਿੰਦਗੀ ਐਸ਼ ਵਿੱਚ ਗੁਜ਼ਾਰਨ ਵਾਸਤੇ ਨਹੀਂ ਕਿ ਹਰ ਵੇਲੇ ਐਸ਼ ਦੇ ਸਾਧਨ ਜੀਵ
ਇਕੱਠੇ ਕਰੇ ਤੇ ਉਹਦੇ ਅਨੁਸਾਰ ਹੀ ਜ਼ਿੰਦਗੀ ਬਤੀਤ ਕਰੀ ਜਾਵੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਐਮਨਾਬਾਦ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਜਾਣ ਦੇ ਸਮੇਂ ਤੇ ਉੱਥੇ ਬਾਬਰ ਦਾ ਹਮਲਾ ਜਿਹੜਾ ਹੈ ਇਤਿਹਾਸ ਨੇ ਗੁਰੂ ਸਾਹਿਬ ਸਤਿਗੁਰੂ ਮਹਾਰਾਜ ਦੂਸਰੀ ਵਾਰੀ ਗਏ ਤੇ ਮਹਾਰਾਜ ਇਹ ਸੁਚੇਤ ਕਰਕੇ ਆਏ ਸੀ ਕਿ ਇੱਥੇ ਬਾਬਰ ਹਮਲਾ ਕਰੇਗਾ ਤੇ ਇੱਥੋਂ ਦੇ ਲੋਕ ਜਿਹੜੇ ਨੇ ਉਹ ਦੁੱਖ ਪਾਉਣਗੇ। ਜੇਕਰ ਕੋਈ ਹੁਕਮ ਨੂੰ ਮੰਨ ਲੈਂਦਾ ਤੇ ਉਹ ਇਲਾਕੇ ਨੂੰ ਛੱਡ ਦੇਵੇ ਤਾਂ ਉਹਦਾ ਜੀਵਨ ਬਚ ਸਕਦਾ ਹੈ। ਪਾਵਨ ਬਾਣੀ ਦੇ ਵਿੱਚ ਫਰਮਾਨ ਵੀ ਮਿਲਦੇ ਨੇ, ਏਤੀ ਮਾਰ ਪਈ ਕੁਰਲਾ ਨੇ ਤੈਂ ਕੀ ਦਰਦ ਨਾ ਆਇਆ, ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨਵੇ ਲਾਲੋ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਗਏ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਬਾਬਰ ਦੇ ਇਸ ਵੱਧਦੇ ਹੋਏ ਜ਼ੁਲਮ ਦੇ ਖਿਲਾਫ ਹੋ ਕਰਕੇ ਸੱਚ ਦੀ ਆਵਾਜ਼ ਜਿਹੜੀ ਸੀ ਉਹ ਬੁਲੰਦ ਕੀਤੀ। ਔਰ ਗੁਰੂ ਨਾਨਕ ਦੇ ਘਰ ਦਾ ਇਹ ਫਲਸਫਾ ਹੈ ਕਿ ਸੱਚ ਸੁਣਾਏ ਸੀ ਸੱਚ ਕੀ ਬੇਲਾ। ਜਿਹੜਾ ਸੱਚ ਹੈ ਉਹ ਜੇ ਕਹਿਣਾ ਹੈ ਤਾਂ ਉਹ ਉਸ ਸਮੇਂ 'ਤੇ ਕਹਿਣਾ ਜਦੋਂ ਲੋੜ ਹੋਵੇ। ਜੇ ਲੋੜ ਤੋਂ ਬਾਅਦ ਵਿੱਚ ਸੱਚ ਕਹੀ ਜਾਵੇ, ਕੋਈ ਕਹਿਣ ਕਿ ਦੇਖੋ ਜੀ ਆ ਮੈਨੂੰ ਪਤਾ ਸੀ ਆ ਕਿਵੇਂ ਹੋਇਆ ਕਿਉਂ ਹੋਇਆ, ਪਰ ਸਮਾਂ ਲੰਘ ਜਾਣ ਤੋਂ ਬਾਅਦ ਵਿੱਚ ਸੱਚ ਦਾ ਢੰਡੋਰਾ ਪਿੱਟਣਾ ਉਹ ਕਿਸੇ ਵੀ ਕੰਮ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਬਾਬਰ ਨੂੰ ਜੇਕਰ ਆਵਾਜ਼ ਦੇ ਕੇ ਆਖਦੇ ਨੇ, ਉਹ ਸਿੰਘ ਗਰਜ ਸੀ ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸਿੰਘ ਬੁੱਕੇ ਮ੍ਰਿਗਾਵਲੀ ਭੰਨੀ ਜਾਏ ਨਾ ਧੀਰ ਤਰੋਵਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਬਾਬਰ ਤੂੰ ਕਾਬਲ ਤੋਂ ਪਾਪ ਦੀ ਜੰਜ ਲੈ ਕਰਕੇ ਆਇਆ ਹੈ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਕਾਬਲ ਦੇ ਵਿੱਚ ਇੱਕ ਇਲਾਕਾ ਹੈ ਜਿਹਨੂੰ ਕਹਿੰਦੇ ਨੇ ਖੁਰਾਸਾਨ। ਬਾਬਰ ਕਿਆਂ ਦੇ ਪਰਿਵਾਰ ਦਾ ਜਿਹੜਾ ਸੀ ਉਸ ਇਲਾਕੇ ਦੇ ਵਿੱਚ ਉਹਨਾਂ ਦਾ ਰਾਜ ਸੀ ਤੇ ਬਾਬਰ ਜਿਹੜਾ ਉਹ ਉਸ ਖੁਰਾਸਾਨ ਦੇ ਇਲਾਕੇ ਤੋਂ ਫੌਜ ਚੜਾ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਪਹੁੰਚਿਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਇਹ ਬਾਬਰ ਤੂੰ ਬਾਬਰ ਨਹੀਂ ਤੂੰ ਜ਼ਾਬਰ ਬਣ ਕੇ ਆਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਤਿਹਾਸਕਾਰ ਕਹਿੰਦੇ ਨੇ ਕਿ ਮਹਾਰਾਜ ਨੂੰ ਨਜ਼ਰਬੰਦ ਕੀਤਾ ਗਿਆ, ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਇਕੱਲੇ ਗੁਰੂ ਨਾਨਕ ਦੇਵ ਮਹਾਰਾਜ ਜੇਲ੍ਹ ਦੇ ਵਿੱਚ ਨਹੀਂ ਸੀ, ਬਹੁਤ ਸਾਰੇ ਲੋਕ ਜਿਹੜੇ ਸਨ, ਜਿਹੜੇ ਵਿਰੋਧ ਕਰਨ ਵਾਲੇ ਹੋਣਗੇ ਜਾਂ ਜਿਹੜੇ ਉਸ ਵੇਲੇ ਬਾਬਰ ਨੂੰ ਵਿਰੋਧੀ ਲੱਗਦੇ ਹੋਣਗੇ, ਉਹਨਾਂ ਨੂੰ ਬਹੁਤਿਆਂ ਨੂੰ ਮਾਰ ਦਿੱਤਾ ਗਿਆ। ਜਿਹੜੇ ਬਚੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਤੇ ਜੇਲ੍ਹ ਦੇ ਵਿੱਚ ਬੰਦ ਪਏ ਲੋਕ ਜਿਹੜੇ ਸਨ ਉਹਨਾਂ ਦੇ ਅੰਦਰ ਹਾਹਾਕਾਰ ਸੀ, ਦੁੱਖ ਸੀ ਕਿ ਉਹਨਾਂ ਦਾ ਜੀਵਨ ਪਤਾ ਨਹੀਂ ਹੁਣ ਬਚੇਗਾ ਕਿ ਨਹੀਂ ਬਚੇਗਾ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਭਾਈ ਮਰਦਾਨਾ ਸਾਹਿਬ ਜੀ, ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ। ਉਹਨਾਂ ਦੇ ਸਾਹਮਣੇ ਚੱਕੀ ਲਿਆ ਕੇ ਰੱਖ ਦਿੱਤੀ ਕਿ ਇਹ ਤੁਹਾਡੀ ਸਜ਼ਾ ਹੈ, ਤੁਸੀਂ ਚੱਕੀ ਪੀਸਣੀ ਹੈ, ਤੁਸੀਂ ਦਾਣੇ ਪੀਸਣੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਚੱਕੀ ਰੱਖੀ। ਇਤਿਹਾਸਕਾਰ ਵਿਦਵਾਨ ਲਿਖਦੇ ਨੇ ਕਿ ਉਹ ਚੱਕੀ ਆਪਣੇ ਆਪ ਵੀ ਚੱਲੀ। ਜਿਹੜੇ ਜੇਲ੍ਹ ਦਾ ਨਿਗਰਾਨ ਸੀ ਉਹਨੇ ਜਾ ਕਰਕੇ ਬਾਬਰ ਨੂੰ ਦੱਸਿਆ ਕਿ ਲੋਕ ਅਸੀਂ ਅੱਜ ਤੱਕ ਜਿੰਨੇ ਵੀ ਦੇਖੇ ਨੇ ਕਿ ਜੇਲ੍ਹਾਂ ਦੇ ਵਿੱਚ ਕੈਦੀ ਜਿਹੜੇ ਆਉਂਦੇ ਨੇ, ਉਹ ਕੈਦੀ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਬੈਠੇ ਹੋਏ ਇਹੀ ਸੋਚਦੇ ਨੇ ਕਿ ਕਦੋਂ ਇੱਥੋਂ ਬਾਹਰ ਜਾਈਏ, ਤੇ ਚਿਹਰੇ 'ਤੇ ਕਦੀ ਵੀ ਉਹਨਾਂ ਦੇ ਖੁਸ਼ੀ ਨਹੀਂ ਦੇਖੀ। ਹਰ ਵੇਲੇ ਗਮਗੀਨ ਰਹਿੰਦੇ ਨੇ, ਦੁੱਖ ਦੇ ਵਿੱਚ ਰਹਿੰਦੇ ਨੇ। ਪਰ ਆ ਜਿਹੜਾ ਫਕੀਰ ਅਸੀਂ ਬੰਦ ਕੀਤਾ ਹੈ, ਇਹਦੇ ਚਿਹਰੇ ਦੇ ਉੱਤੇ ਜਰਾ ਜਿੰਨਾ ਵੀ ਦੁੱਖ ਮਲਾਲ ਨਹੀਂ ਹੈ, ਜਰਾ ਜਿੰਨਾ ਵੀ ਚਿੰਤਾ ਫਿਕਰ ਝੋਰਾ ਕੋਈ ਨਹੀਂ ਇਹਦੇ ਚਿਹਰੇ ਦੇ ਉੱਤੇ। ਕਿਉਂ ਨਾ ਅਸੀਂ ਇਹਨੂੰ ਛੱਡ ਦਈਏ। ਬਾਬਰ ਨੇ ਇਹ ਗੱਲ ਕਹੀ ਸੀ, ਹਾਂ ਜੇਲ੍ਹ ਦੇ ਵਿੱਚੋਂ ਤਾਂ ਜ਼ਰੂਰ ਕੱਢੋ, ਪਰ ਇਹਨੂੰ ਮੇਰੇ ਸਾਹਮਣੇ ਪਹਿਲੋਂ ਲੈ ਕਰਕੇ ਆਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜੇਲ੍ਹ ਦੇ ਵਿੱਚੋਂ ਕੱਢਿਆ। ਬਾਬਰ ਜਿਸ ਜਗ੍ਹਾ 'ਤੇ ਉਹਨੇ ਆਪਣਾ ਆਰਾਮ ਗ੍ਰਾਹ ਬਣਾਈ ਹੋਈ ਸੀ, ਉਸ ਜਗ੍ਹਾ 'ਤੇ ਸਤਿਗੁਰੂ ਮਹਾਰਾਜ ਜੀ ਨੂੰ ਲੈ ਕੇ ਗਏ। ਸਾਖੀਕਾਰ ਲਿਖਦਾ ਹੈ ਕਿ ਸਤਿਗੁਰੂ ਮਹਾਰਾਜ ਜਿਸ ਵੇਲੇ ਉਹਦੇ ਹਰਮ ਤੱਕ ਰਜਾਂਦੇ ਨੇ, ਉਹਦੇ ਮਹਿਲ ਤੱਕ ਰਜਾਂਦੇ ਨੇ, ਤੇ ਬਾਬਰ ਦੇ ਹੱਥ ਵਿੱਚ ਉਸ ਵੇਲੇ ਸ਼ਰਾਬ ਦਾ ਪਿਆਲਾ ਸੀ। ਬਾਬਰ ਜਿਹੜਾ ਹੈ ਉਹ ਐਸ਼ ਪ੍ਰਸਤ ਇਨਸਾਨ ਸੀ। ਔਰ ਇੱਥੋਂ ਤੱਕ ਇਤਿਹਾਸ ਲਿਖਦੇ ਨੇ, ਬਾਬਰ ਤੋਂ ਬਾਅਦ ਵਿੱਚ ਬਹੁਤ ਸਾਰੇ ਐਸੇ ਮੁਗਲ ਸ਼ਾਸਕ ਹੋਏ ਨੇ ਜਿਨ੍ਹਾਂ 'ਚ ਖਾਸ ਕਰਕੇ ਜਹਾਂਗੀਰ
ਸ਼ਾਹਜਹਾਨ, ਔਰੰਗਜ਼ੇਬ ਇਹ ਨਸ਼ੇ ਦੇ ਇਤਨੇ ਕੁ ਆਦੀ ਸੀ ਕਿ ਜੇਕਰ ਸ਼ਰਾਬ ਪੀਣੀ ਤਾਂ ਇਹਨਾਂ ਵਾਸਤੇ ਊਠਾਂ ਤੇ ਗੱਡਿਆਂ ਦੇ ਉੱਤੇ ਲੱਦ ਕੇ ਕਸ਼ਮੀਰ ਦੇ ਵਿੱਚੋਂ ਬਰਫ਼ ਲਿਆਂਦੀ ਜਾਂਦੀ, ਕੁਦਰਤੀ ਤੌਰ ਤੇ ਬਰਫ਼ ਪੈਣੀ, ਤੇ ਜਿੰਨੀ ਬਰਫ਼ ਲਿਆਉਣੀ ਉਹਦੇ ਵਿੱਚੋਂ ਅੱਧੀ ਤਾਂ ਆਉਂਦਿਆਂ ਜਿਹੜੀ ਸੀ ਉਹ ਖੁਰ ਜਾਣੀ, ਉਹ ਪਿਘਲ ਜਾਣੀ, ਤੇ ਬਾਕੀ ਬਰਫ਼ ਜਿਹੜੀ ਸੀ ਇਹਦੇ ਵਾਸਤੇ, ਇਹਦੀ ਐਸ਼ ਪ੍ਰਸਤੀ ਵਾਸਤੇ ਵਰਤੀ ਜਾਣੀ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਬਾਬਰ ਦੇ ਸਾਹਮਣੇ ਆਉਂਦੇ ਨੇ ਤੇ ਸਤਿਗੁਰੂ ਮਹਾਰਾਜ ਜੀ ਨੂੰ ਬਾਬਰ ਸੰਬੋਧਨ ਕਰਕੇ ਕਹਿੰਦਾ ਹੈ ਕਿ ਦੇਖੋ, ਜਿਸ ਅਸਥਾਨ ਤੇ, ਜਿਸ ਜਗ੍ਹਾ ਤੇ ਅੱਜ ਤੁਸੀਂ ਖਲੋਤੇ ਹੋ ਨਾ, ਮੇਰੇ ਵੱਡੇ ਵੱਡੇ ਵਜ਼ੀਰ ਜਿਹੜੇ ਨੇ ਉਹ ਵੀ ਇੱਥੇ ਨਹੀਂ ਆਉਂਦੇ, ਕਿਉਂਕਿ ਉਹਨਾਂ ਨੂੰ ਵੀ ਇਜਾਜ਼ਤ ਨਹੀਂ ਕਿ ਮੇਰੇ ਕਮਰੇ ਤੱਕ, ਮੇਰੀ ਆਰਾਮਗਾਹ ਤੱਕ ਉਹ ਆ ਸਕਣ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਉਹਨੇ ਇੱਕ ਪਿਆਲੇ ਦੇ ਵਿੱਚ ਸ਼ਰਾਬ ਪਾਉਣਾ ਕੀਤੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਉਹਨੇ ਉਹ ਸ਼ਰਾਬ ਦਾ ਪਿਆਲਾ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਾਬਰ ਇਹ ਕੀ ਹੈ? ਉਹਨੇ ਉਸ ਵੇਲੇ ਬਚਨ ਕਹੇ, ਉਹ ਸੀ, ਕਹਿਣ ਲੱਗਾ, ਬਾਬਰ ਬਾ ਐਸ਼ ਕੋਸ਼ ਜੇ ਆਲਮ ਦੁਬਾਰਾ ਨੇਸਤ। ਇਹਦੇ ਅਰਥ ਬਣਦੇ ਨੇ ਕਿ ਬਾਬਰ ਸੰਸਾਰ ਦੇ ਵਿੱਚ ਐਸ਼ ਕਰਨ ਵਾਸਤੇ ਆਇਆ, ਕਿਉਂਕਿ ਇਹ ਜ਼ਿੰਦਗੀ, ਬਾਬਰ ਦਾ ਜਿਹੜਾ ਜੀਵਨ ਹੈ, ਦੁਬਾਰਾ ਨਹੀਂ ਮੈਨੂੰ ਮਿਲਣਾ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਆਖਦੇ ਨੇ, ਸੱਚੀ ਮੁੱਚੀ ਬਾਬਰ, ਇਹ ਆਲਮ ਦੁਬਾਰਾ ਨਹੀਂ, ਸੱਚੀ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਪਰ ਮਹਾਰਾਜ ਕਹਿੰਦੇ ਨੇ, ਬਾਬਰ ਬਾ ਐਸ਼ ਕੋਸ਼ ਨਹੀਂ, ਬਾਬਰ ਬਾ ਹੋਸ਼ ਬਾਸ਼, ਹੋਸ਼ ਕਰ, ਸਮਝ ਕਰ, ਸੱਚੀ ਮੁੱਚੀ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣ ਵਾਲੀ, ਤੇ ਇਸ ਜ਼ਿੰਦਗੀ ਨੂੰ ਕਿਤੇ ਐਵੇਂ ਨਾ ਗਵਾ ਕੇ ਚਲਾ ਜਾਵੇਂ। ਬਾਬਰ ਬਾ ਹੋਸ਼ ਬਾਸ਼ ਜੇ ਆਲਮ ਦੁਬਾਰਾ ਨੇਸਤ। ਇੱਕ ਵਿਦਵਾਨ ਨੇ ਇਹ ਘਟਨਾ ਨੂੰ ਦਰਜ ਕੀਤਾ, ਉਹਨੇ ਕਵਿਤਾ ਦੇ ਰੂਪ ਵਿੱਚ ਲਿਖਿਆ ਕਿ ਸਤਿਗੁਰੂ ਮਹਾਰਾਜ ਜਦੋਂ ਬਾਬਰ ਦੇ ਸਾਹਮਣੇ ਜਾਂਦੇ ਨੇ ਤੇ ਬਾਬਰ ਸ਼ਰਾਬ ਦਾ ਪਿਆਲਾ ਅੱਗੇ ਕਰਦਾ ਹੈ, ਤੇ ਗੁਰੂ ਨਾਨਕ ਦੇਵ ਮਹਾਰਾਜ ਜੋ ਬਾਬਰ ਨੂੰ ਸੰਬੋਧਨ ਕਰਕੇ ਆਖਦੇ ਨੇ, ਤੇ ਉਹਨੇ ਵਿਦਵਾਨ ਨੇ ਚੰਦ 17 ਲਾਈਨਾਂ ਕਵਿਤਾ ਦੀਆਂ ਲਿਖੀਆਂ ਨੇ। ਕਹਿੰਦਾ, ਥਾ ਜਹੀ ਆਲਮ ਕਿ ਗੁਰੂ ਨਾਨਕ ਨੇ ਇਹ ਕਹਿ ਦਿਆ, ਇਸਕਾ ਪੀਣਾ ਵੀ ਖਤਾ, ਇਸਕਾ ਪਿਲਾਣਾ ਵੀ ਖਤਾ। ਮਹਾਰਾਜ ਗੁਰੂ ਨਾਨਕ ਦੇਵ ਨੇ ਡਰ ਤੇ ਸੱਚ ਬੋਲਣ ਵਾਲੇ ਤੇ ਸੱਚ ਦੀ ਜੋ ਸਮੇਂ ਦੀ ਨਬਜ਼ ਹੈ ਉਹਨੂੰ ਪਹਿਚਾਨ ਕੇ ਸੱਚ ਕਹਿ ਦੇਣਾ। ਮਹਾਰਾਜ ਕਹਿੰਦੇ ਨੇ, ਥਾ ਯਹੀ ਆਲਮ ਕਿ ਗੁਰੂ ਨਾਨਕ ਨੇ ਇਹ ਕਹਿ ਦਿਆ। ਕੀ ਕਹਿੰਦੇ ਨੇ ਕਿ ਇਸਕਾ ਪੀਣਾ ਵੀ ਖਤਾ, ਇਸਕਾ ਪਿਲਾਣਾ ਵੀ ਖਤਾ। ਮਹਾਰਾਜ ਕਹਿੰਦੇ ਨੇ, ਇਕੱਲਾ ਪੀਣਾ ਹੀ ਗੁਨਾਹ ਨਹੀਂ, ਕਿਸੇ ਨੂੰ ਪਿਲਾਉਣਾ ਵੀ ਗੁਨਾਹ ਹੈ। ਅੱਜ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਜਦੋਂ ਅਸੀਂ ਸ਼ਾਦੀ ਵਿਆਹ ਕਰਦੇ ਹਾਂ ਤੇ ਕਈ ਪਰਿਵਾਰ ਜਿਹੜੇ ਹੁੰਦੇ ਨੇ, ਕਈ ਵਾਰੀ ਲੜਕੇ ਵਾਲੇ ਜਾਂ ਲੜਕੀ ਵਾਲੇ ਉਹ ਵੈਸ਼ਨੂੰ ਹੋਣਗੇ, ਉਹ ਕਹਿਣਗੇ ਨਹੀਂ ਜੀ ਅਸੀਂ ਆਪ ਨਹੀਂ ਪੀਂਦੇ, ਪਰ ਕੀ ਕਰੀਏ, ਰਿਸ਼ਤੇਦਾਰ ਆਉਣੇ ਨੇ, ਵਿਆਹ ਹੋਣਾ ਹੈ ਤੇ ਇਸ ਕਰਕੇ ਸਾਨੂੰ ਪਿਉਣੀ ਪੈਣੀ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪਏ ਨੇ, ਇਸਕਾ ਪੀਣਾ ਵੀ ਖਤਾ, ਇਸਕਾ ਪਿਲਾਣਾ ਵੀ ਖਤਾ। ਮਹਾਰਾਜ ਕਹਿੰਦੇ ਨੇ, ਜੇ ਪੀਣਾ ਗੁਨਾਹ ਹੈ ਤੇ ਪਿਉਣਾ ਵੀ ਗੁਨਾਹ ਹੈ। ਪਿਉਣ ਵਾਲਾ ਵੀ ਉਨਾ ਹੀ ਗੁਨੇਗਾਰ ਹੈ ਜਿੰਨਾ ਪੀਣ ਵਾਲਾ ਹੈ। ਥਾ ਜਹੀ ਆਲਮ ਕੇ ਗੁਰੂ ਨਾਨਕ ਨੇ ਜੇ ਕਹਿ ਦਿਆ, ਇਸਕਾ ਪੀਣਾ ਵੀ ਖਤਾ, ਇਸਕਾ ਪਿਲਾਣਾ ਵੀ ਖਤਾ। महाराज कहते हैं कि ये बंद शीशी में नाग से कम नहीं, शक्ल पानी की है लेकिन आग से कम नहीं। गुरु नानक देव महाराज कहते है तो शीशे की बोतल दे विच बंद, पर सच करके जानी बाबर ये बोतल दे विच पई हुई सप तो घट नहीं। अज डॉक्टर ये गल आखते पे ना कि ये नशे की वरतों करने वाले दे अंदर लंग्स, उनके फेफड़े, किडनियां खराब होंदियां ने। महाराज सच्ची मुच्ची वो कहते सी कि नहीं देखो, ये बंद शीशी में नाग से कम नहीं, शक्ल पानी की है लेकिन आग से कम नहीं है। तो शक्ल इनकी पानी वर्गी, पर अग तो घट नहीं, अंदर नूं साड़ के रख देवेगी। तू जो पी लेता है प्यास इससे बुझ सकती नहीं, मैंने जो पी है क़यामत तक उतर सकती नहीं। कि जिहड़ी तू पीना है, सतगुरु महाराज कहते ये तो होने तो शाम नूं फिर उतर जाएगी, तो शाम नूं पीती सवेरे उतर जाएगी। पर जिहड़ा नशा नाम दे विच है, सतगुरु महाराज कहते ने शक्ल ये क़यामत तक उतर सकती नहीं। तू जो पी लेता है प्यास इससे बुझ सकती नहीं, मैंने जो पी है क़यामत तक उतर सकती नहीं। पारस बन जा यही ताकीद दरवेशी की है, आबे मह की पेशकश तौहीन दरवेशी की है।
ਸਤਿਗੁਰ ਮਹਾਰਾਜ ਕਹਿੰਦੇ ਨੇ ਦਰਵੇਸ਼ ਬੰਦੇ ਦੇ ਅੱਗੇ ਸ਼ਰਾਬ ਭੇਟ ਕਰਨਾ, ਉਹਨੂੰ ਸ਼ਰਾਬ ਪੀਣ ਵਾਸਤੇ ਕਹਿ ਦੇਣਾ, ਉਹਨੂੰ ਨਸ਼ਾ ਪਰੋਸਣਾ, ਸਤਿਗੁਰ ਮਹਾਰਾਜ ਕਹਿੰਦੇ ਇਹ ਦਰਵੇਸ਼ਾਂ ਦੀ ਤੋਹੀਨ ਹੁੰਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਬਚਨ ਕਹੇ, ਗੁਰੂ ਤੇਗ ਬਹਾਦਰ ਮਹਾਰਾਜ ਇਹੀ ਆਖਦੇ ਨੇ ਕਿ ਭਾਈ ਜੈਤਾ, ਕਰਮ ਜਿਹੜੇ ਨੇ ਇਹ ਤਾਂ ਕਰਮਾਂ ਤੋਂ ਛੁੱਟ ਸਕੀਦਾ ਏ ਜੇਕਰ ਕਰਮ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਨਿਸ਼ਕਾਮ ਹੋ ਜਾਏ। ਕਰਮਾਂ ਦੇ ਬੰਧਨਾਂ ਦੇ ਵਿੱਚੋਂ ਕੋਈ ਤਾਂ ਨਿਕਲ ਸਕਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਹਉਮੈ ਤਾਂ ਮਰਦੀ ਏ, ਸਤਿਗੁਰੂ ਕਹਿੰਦੇ ਨੇ ਕਰਮ ਤਾਂ ਮੁੱਕਦੇ ਨੇ ਜੇਕਰ ਸੇਵਾ ਕੀਤੀ ਜਾਏ। ਸੇਵਾ ਤੋਂ ਬਗੈਰ ਹਉਮੈ ਨਹੀਂ ਮਰ ਸਕਦੀ। ਜੋੜੇ ਚਾੜਨਾ, ਝਾੜੂ ਫੇਰਨਾ, ਕਈ ਤਰ੍ਹਾਂ ਦੀ ਬਰਤਨ ਮਾਂਜਣ ਦੀ ਸੇਵਾ, ਗੁਰੂ ਘਰਾਂ ਦੇ ਵਿੱਚ ਅਸੀਂ ਬਹੁਤ ਤਰ੍ਹਾਂ ਦੀ ਜਾ ਕੇ ਸੇਵਾ ਕਰਦੇ ਹਾਂ। ਇਹ ਸਾਰੀਆਂ ਹੀ ਸੇਵਾ ਜਿਹੜੀਆਂ ਨੇ ਇਹ ਅੰਦਰ ਹਿਰਦੇ ਅੰਦਰੋਂ ਹੰਕਾਰ ਨੂੰ ਮੁਕਾਉਂਦੀਆਂ ਨੇ। ਤੇ ਮਹਾਰਾਜ ਕਹਿੰਦੇ ਨੇ ਹੰਕਾਰ ਦਾ, ਹਉਮੈ ਦਾ ਮੁੱਕਣਾ ਜਿਹੜਾ ਹੈ ਇਹਦੇ ਇਹ ਸੇਵਾ ਦੇ ਕਰਕੇ ਹੈ। ਜੇਕਰ ਸੇਵਾ ਨਹੀਂ ਤੇ ਹਉਮੈ ਨਹੀਂ ਮੁੱਕ ਸਕਦੀ। ਦੂਸਰਾ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਸੇਵਾ ਵੀ ਹੈ ਨਾ, ਇਹ ਸੇਵਾ ਵੀ ਆਪਣੇ ਆਪ ਨਹੀਂ ਹੋ ਸਕਦੀ, ਸੇਵਾ ਵੀ ਰਜਾ ਦੇ ਵਿੱਚ ਰਿਹਾ ਹੀ ਹੋ ਸਕਦੀ ਹੈ। ਜਿਹੜਾ ਰਜਾ ਦੇ ਵਿੱਚ ਰਾਜੀ ਨਹੀਂ ਰਹਿਣਾ ਸਿੱਖਿਆ, ਸਤਿਗੁਰੂ ਮਹਾਰਾਜ ਕਹਿੰਦੇ ਉਹ ਸੇਵਾ ਨਹੀਂ ਕਰ ਸਕੇਗਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਦੱਸਿਆ ਕਿ ਅਸਲ ਦੇ ਵਿੱਚ ਜਿਹੜੇ ਨੇ ਨਾ ਇਹ ਕਰਮ ਧਰਮ ਕਰਮ ਜਿਹੜੇ ਕਰਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਬੰਧਨ ਬਣ ਜਾਂਦੇ ਨੇ। ਔਗਣ ਸਰੀਰ ਦੇ ਵਾਸਤੇ ਜੰਜੀਰਾਂ ਬਣ ਜਾਂਦੀਆਂ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਗੁਣ ਜਿਹੜੇ ਨੇ ਇਹ ਔਗਣਾਂ ਨੂੰ ਕੱਟਣ ਦੇ ਕੰਮ ਆਉਂਦੇ ਨੇ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਸਤਿਗੁਰੂ ਮਹਾਰਾਜ ਕਹਿੰਦੇ ਜੇ ਅੰਦਰ ਗੁਣ ਹੋਣਗੇ, ਦੇਖੋ ਜਿੰਨੇ ਕੋਈ ਸਾਧ ਸੰਗਤ ਕਰਮ ਕਰਦਾ ਹੈ ਨਾ, ਇਵੇਂ ਮੰਨ ਲਓ ਚਲੋ ਸਾਨੂੰ ਦਿਸਦੀਆਂ ਨਹੀਂ ਉਹ ਬੇੜੀਆਂ ਸਰੀਰ ਦੇ ਵਿੱਚ ਪਈਆਂ ਹੋਈਆਂ, ਪਰ ਸੱਚੀ ਮੁੱਚੀ ਉਹ ਹਰ ਇੱਕ ਕਰਮ ਜਿਹੜਾ ਹੈ ਉਹ ਜੰਜੀਰ ਬਣ ਕੇ ਜੀਵ ਦੇ ਗਲ ਦੇ ਵਿੱਚ ਪੈਂਦਾ ਪਿਆ ਹੈ। ਨਾਨਕ ਔਗਣ ਜਿੱਤੜੇ, ਜਿੰਨੇ ਔਗਣ ਕੀਤੇ ਸਤਿਗੁਰੂ ਮਹਾਰਾਜ ਕਹਿੰਦੇ ਤੇਤੇ ਗਲੀ ਜੰਜੀਰ, ਉਨੀਆਂ ਹੀ ਜੰਜੀਰਾਂ ਜਿਹੜੀਆਂ ਨੇ ਉਹ ਗਲੇ ਦੇ ਵਿੱਚ ਪੈ ਗਈਆਂ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਕਿ ਜੇ ਗੁਣ ਹੋਣ ਤਾਂ ਕੱਟੀਆਂ, ਜੇ ਗੁਣ ਅੰਦਰ ਹੋਣਗੇ ਤਾਂ ਕਹਿੰਦੇ ਇਹ ਜੰਜੀਰਾਂ ਕੱਟੀਆਂ ਜਾ ਸਕਦੀਆਂ। ਸੇ ਭਾਈ ਸੇ ਵੀਰ, ਗੁਣ ਜਿਹੜੇ ਨੇ ਉਹ ਭਰਾ ਵਾਂਗੂ ਖੜੇ ਹੋ ਜਾਂਦੇ ਨੇ, ਉਹ ਵੀਰਾਂ ਵਾਂਗੂ ਖੜੇ ਹੋ ਜਾਂਦੇ ਨੇ, ਉਹ ਬਹਾਦਰਾਂ ਵਾਂਗੂ ਖੜੇ ਹੋ ਜਾਂਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਸਾਂਝ ਹੀ ਕਿਤੇ ਕਰਨੀ ਹੈ, ਸਾਂਝ ਕਰੀਜੇ ਗੁਨਾਹ ਕੇਰੀ, ਛੋੜ ਔਗਣ ਚੱਲੀਏ। ਸਤਿਗੁਰੂ ਮਹਾਰਾਜ ਕਹਿੰਦੇ ਔਗਣਾਂ ਨੂੰ ਛੱਡ, ਕਮੀਆਂ ਨੂੰ ਛੱਡ, ਨਿੰਦਿਆ ਚੁਗਲੀ ਨੂੰ ਛੱਡ, ਤੇ ਮਹਾਰਾਜ ਕਹਿੰਦੇ ਨੇ ਇਹਨਾਂ ਨੂੰ ਛੱਡ ਕੇ ਗੁਣਾਂ ਦੀ ਸਾਂਝ ਕਰਿਆ ਕਰ, ਤਾਂ ਜਿਹੜੇ ਨੇ ਇਹ ਕਰਮਾਂ ਦੇ ਬੰਧਨ ਛੁੱਟਣ ਦੇ ਵਿੱਚ ਉਹ ਸਹਾਈ ਹੁੰਦੇ ਨੇ। ਅਖੀਰ ਦੇ ਵਿੱਚ ਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਤਿਗੁਰੂ ਮਹਾਰਾਜ ਆਪ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨੋ ਨਿਤ ਆਵੇ।